स्वामीनाथन की रिपोर्ट ही नहीं लागू की ने ये मूँह मंगे कितने मिल जूगा सानू। एक बंदा उरे बैठा, जे बाप उरे बैठा तो पुत मंडियां बैठा, जे पुत उरे बैठा तो बाप मंडियां बैठा। बेराम हुई हुई है जी, बेरामी है, जिमीदार बेरामी हुई भी। ਇਹਦਾ ਮੋਦੀ ਨੇ ਬਹੁਤ ਮਾੜਾ ਕੀਤਾ ਜ਼ਿਮੀਂਦਾਰਾਂ ਵਾਸਤੇ। ਇਹ ਜ਼ਿਮੀਂਦਾਰਾਂ ਵਾਸਤੇ ਕਿਹਾ, ਇਹ ਪੰਜਾਬ ਨੂੰ ਜਾੜਨ ਵਾਸਤੇ ਕੀਤਾ ਕੰਮ। ਇਹ ਖੁਸਰਿਆਂ ਦਾ ਰਾਜ ਆ। ਖੁਸਰਿਆਂ ਦਾ ਰਾਜ ਤਾਂ ਤੁਹਾਨੂੰ ਪਤਾ ਹੀ ਆ, ਖੁਸਰੇ ਹਰੇਕ ਤੇ ਵਧਾਈ ਮੰਗਦੇ ਆ। ਉਹਨਾਂ ਨਾਲ ਵਧਾਈ ਅਬਾਨੀਆਂ ਡਾਨੀਆਂ ਤੋਂ ਲੈ ਲਈ, ਜਿਹੜੀ ਲੈਣੀ ਦੀ, ਵੀ ਤੁਸੀਂ ਦੇਸ਼ ਨੂੰ ਲੁੱਟੀ ਜਾਓ, ਸਾਡੀ ਝੋਲੀਆਂ ਭਰ ਦਿਓ। किस तरह दी समस्या आ रही है? मोदी बहुत तकलीफ दे रहा, बहुत इस करके और बैठना पड़ रहा। इतना अपने काले कानून वापस नहीं लंदा, इतना और जंदे नहीं। दिन रात इत्थे जिहड़ी संगतां बैठे, थोड़े सारे बजुर्ग बैठा है। इस उम्र दे विच आके सानूं रेलवे ट्रैक ते बैठना पै रहा, मतलब किसानां नूं। इस तो उपर माड़ी गल की होएगी भाजी? वो मनण नूं तैयार है कि ਜਿਹੜੇ ਕਹਿੰਦੇ ਵੀ 2022 तक या 24 तक किसानों के रेट डबल हो जूंगे, वो सानू लिख के दे सकते हैं। सानू अनपढ़ जट्टां नूं ਜਿਹੜੇ ਵਪਾਰੀ हैं ਤੇ ਉਹ ओले च रखते हैं, कहते बारदाना नहीं हैगा, जबकि उन्होंने जब उन्होंने एजेंसियां अलाट उन्होंने परमिशन मिली है, उन्होंने अलाट कराए अपने सैलर कराए या एजेंसियां अलाट कर, तो उन्होंने भी बारदाने का प्रबंध क्यों नहीं कराया? सत श्री अकाल, तुसीं वेख रहे हो ताज़ा खबर 24 ते मैं हाँ देव शर्मा। किसानां दा मोर्चा सड़कों तो उठिया ते रेल दियां पटरियां ते आ खड़िया है। सो गलबात करांगे, किसान वीर मौजूद ने। रेल दियां पटरियां दे उत्ते गद्दे तुसीं देख सकते हो लाए हुए ने, पक्के मोर्चे। कहंदे ने जदों तक ऑर्डीनेंस बिल जिहड़े सेंटर सरकारां वापस नहीं लैंदियां उदों तक ना तां ये गद्दे उठणगे, ना मैट उठणगे, ना असीं आप उठांगे। सो गलबात करांगे। बाबे की नाम है जी अपना? जो सिंह। ਕਿਹੜਾ ਪਿੰਡ ਹੈ ਜੀ? ਸਾਦਾਪੁਰ। ਤੁਸੀਂ ਉਰੇ ਆਏ ਹੋ ਜੀ, ਬੈਠੇ ਹੋ, ਤਕਲੀਫ ਤਾਂ ਹੁੰਦੀ ਹੋਣੀ? बहुत तकलीफ हो रही है जी। किस तरह ਦੀਆਂ ਸਮੱਸਿਆ ਆ ਰਹੀਆਂ? मतलब मोदी बहुत तकलीफ दे रहा, बहुत इस करके और बैठना पड़ रहा। इतना अपने काले कानून वापस नहीं लंदा, इतना और जंदे नहीं है। इस उम्र बहुत होगी, उम्र में बैठना पड़ रहा। भी ਜ਼ਿਮੀਂਦਾਰਾਂ बहुत तंगी आ रही है। ਸੋ ਸਾਫ਼ ਤੌਰ ਤੇ ਵੀ ਦੇਖਦੇ ਹੋ ਤੁਸੀਂ, ਜਿਸ ਤਰ੍ਹਾਂ ਕਹਿ ਰਹੇ ਹੋ ਬੜੀ ਦਿੱਕਤ ਹੈ। ਸਰ ਆਪਣਾ ਕੀ ਨਾਂ ਹੈ ਜੀ? ਬਖਸ਼ੀ ਸਿੰਘ ਪੱਟੀ ਹੈਗਾ ਭਾਜੀ। ਅੱਛਾ ਜੀ, ਕਿਸ ਤਰ੍ਹਾਂ ਵੇਖਦੇ ਹੋ ਜੀ ਜਿਹੜੇ ਇਹ ਮੋਰਚਾ ਕਿਸਾਨਾਂ ਨੇ ਲਾਇਆ ਹੋਇਆ ਹਰਿਆਣੇ ਦੀ? ਜੇਕਰ ਗੱਲ ਕਰੀਏ, ਕਹਿੰਦੇ ਉੱਥੇ ਵੀ ਜਿਹੜੀ ਕਿਸਾਨਾਂ ਦੇ ਆ ਬੜੀਆਂ ਡਾਂਗਾਂ ਮਾਰੀਆਂ ਗਈਆਂ ਨੇ। ਭਾਜੀ ਦੇਖੋ, ਡਾਂਗਾਂ ਮਾਰੀਆਂ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਭਾਈ। ਅੱਗੇ ਨੂੰ ਕਿਸਾਨ ਦੇ ਉੱਪਰ ਡਾਂਗਾਂ ਚਲਾਉਣੀਆਂ, ਠੀਕ ਹੈ, ਪ੍ਰਸ਼ਾਸਨ ਨੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਚੰਗੀ, ਵੀ ਜਿਹਦੀ ਆਪਾਂ ਨੂੰ ਬੜੀ ਉਪਲਬਧੀ ਸਮਝਦੇ ਆ ਇਹਨੂੰ। ਇੱਕ ਆਮ ਕਿਸਾਨ ਵਿਚਾਰਾ ਤਾਂ ਮਤਲਬ ਬਿਲਕੁਲ ਨੋਰਮਲ ਬੰਦਾ ਹੁੰਦਾ ਹੈ। ਹੁਣ ਇੱਕ 1 ਤਰੀਕ ਤੋਂ ਲੈ ਕੇ ਹੁਣ 8 ਤਰੀਕ ਅੱਜ ਹੋ ਗਈ ਹੈ ਭਾਜੀ। ਹੁਣ ਦਿਨ ਰਾਤ ਇੱਥੇ ਜਿਹੜੀ ਸੰਗਤਾਂ ਬੈਠੇ, ਥੋੜ੍ਹੇ ਸਾਰੇ ਬਜ਼ੁਰਗ ਬੈਠਾ ਹੈ। ਇਸ ਉਮਰ ਦੇ ਵਿੱਚ ਆ ਕੇ ਸਾਨੂੰ ਰੇਲਵੇ ਟਰੈਕ ਤੇ ਬੈਠਣਾ ਪੈ ਰਿਹਾ, ਮਤਲਬ ਕਿਸਾਨਾਂ ਨੂੰ। ਇਸ ਤੋਂ ਉੱਪਰ ਮਾੜੀ ਗੱਲ ਕੀ ਹੋਏਗੀ ਭਾਜੀ? ਚਾਹੇ ਕਿਸਾਨਾਂ ਦੇ ਨਾਲ ਹਰਿਆਣੇ 'ਚ ਹੋਈ ਹੈ, ਚਾਹੇ ਕਿਤੇ ਵੀ ਹੁੰਦੀ ਹੈ, ਮਾੜੀ ਗੱਲ ਹੈ ਵੀ ਆਪਾਂ ਇਸ ਸਮੇਂ ਦੇ ਵਿੱਚ ਆਪਾਂ ਕਿਸੇ ਉੱਪਰ ਡਾਂਗ ਚੱਕਣੀ ਜਾਂ ਮਾਰਨੀ ਤਾਂ ਬਿਲਕੁਲ ਹੀ ਨਜਾਇਜ਼। ਅੱਛਾ, ਜੇਕਰ ਗੱਲ ਕਰੀਏ ਕਿੰਨਾ ਕੁ ਔਖਾ ਹੁੰਦਾ ਜੀ ਘਰ ਪਰਿਵਾਰ ਛੱਡ ਕੇ, ਕਿਉਂਕਿ ਕਿਸਾਨਾਂ ਦੇ ਅਕਸਰ ਜਿੰਨੇ ਵੀ ਜ਼ਿਮੀਂਦਾਰ ਨੇ ਹਰੇਕ ਦੇ ਘਰ ਡੰਗਰ ਵੀ ਹੁੰਦੇ ਨੇ, ਮੱਝਾਂ ਗਾਵਾਂ ਹੁੰਦੀਆਂ ਨੇ, ਤੇ ਕਿਸ ਤਰ੍ਹਾਂ ਫਿਰ ਕੰਮ ਕਰ ਕਿਸ ਤਰ੍ਹਾਂ ਸਾਂਭ ਰਹੇ ਹੋ? ਭਾਜੀ ਆਪਦੇ ਸਾਹਮਣੇ ਹੀ ਹੈ, ਇਹ ਕੋਈ ਦੱਸਣ ਦੀ ਗੱਲ ਨਹੀਂ। ਅਸੀਂ ਖੁਦ ਕਿਸਾਨ ਹਾਂ। ਹੁਣ ਜਿਹਦੇ ਘਰ 2 ਪਿਓ ਪੁੱਤ ਹੈਗੇ ਨੇ, ਠੀਕ ਹੈ, ਇੱਧਰ ਇੱਕ ਧਰਨਾ ਲੱਗਿਆ, ਉਧਰ ਦੂਜੇ ਪਾਸੇ ਉਹਦੀ ਜੀਰੀ ਮੰਡੀ ਰੁਲ ਰਹੀ ਹੈ, ਤੀਜੇ ਪਾਸੇ ਉਹਦੇ ਘਰ ਡੰਗਰ ਭੁੱਖੇ ਮਰ ਰਹੇ ਨੇ, ਠੀਕ ਹੈ। ਉਹ ਵਿਚਾਰਾ ਕਿੱਥੇ ਜਾਵੇ? ਇਹ ਤਾਂ ਇੱਕ ਮਤਲਬ ਨਿਰਾ ਹੀ ਜ਼ੁਲਮ ਕਰਨ ਵਾਲੀ ਗੱਲ ਹੈ ਬੀਜੇਪੀ ਵੱਲੋਂ, ਸੈਂਟਰ ਵੱਲੋਂ। ਗੱਲਬਾਤ ਕਰ ਲੈਂਦੇ, ਹੋਰ ਵੀ ਕੁਝ ਕਿਸਾਨ ਵੀਰ ਮੌਜੂਦ ਨੇ। ਕੀ ਨਾਂ ਹੈ ਜੀ ਆਪਣਾ? ਜਗਤਾਰ ਸਿੰਘ ਝਾਰਮੜੀ। ਜਗਤਾਰ ਜੀ, ਤੁਸੀਂ ਉਰੇ ਬੈਠੇ ਹੋ, ਕਿਸ ਤਰ੍ਹਾਂ ਲੱਗਦਾ ਆਰਡੀਨੈਂਸ ਬਿੱਲ ਠੀਕ ਨਹੀਂ ਹੈਗੇ ਕਿਸਾਨਾਂ ਵਾਸਤੇ? ਇਹ ਤਾਂ ਸਾਡੇ ਵਾਸਤੇ, ਜ਼ਿਮੀਂਦਾਰਾਂ ਵਾਸਤੇ ਬਹੁਤ ਘਾਤਕ ਨੇ ਜੀ।
ਸਾਨੂੰ ਕਿਆ ਲੋੜ ਤੀ ਜੀ ਉਰੇ, ਜੇ ਠੀਕ ਹੁੰਦੇ ਇਹ ਸਾਨੂੰ ਲਾਈਨਾਂ ਪਰ ਪੈਣ ਦੀ, ਉਰੇ ਮੱਛਰਾਂ ਦੇ ਵਿੱਚ ਰਹਿਣ ਦੀ ਕਿਆ ਲੋੜ ਤੀ ਸਾਨੂੰ, ਜੇ ਠੀਕ ਹੁੰਦੇ। ਇਹ ਤਾਂ ਮੋਦੀ ਨੇ ਬਹੁਤ ਮਾੜਾ ਕੀਤਾ ਜ਼ਿਮੀਂਦਾਰਾਂ ਵਾਸਤੇ। ਇਹ ਜ਼ਿਮੀਂਦਾਰਾਂ ਵਾਸਤੇ ਕਿਹਾ, ਇਹ ਪੰਜਾਬ ਨੂੰ ਜਾੜਨ ਵਾਸਤੇ ਕੀਤਾ ਕੰਮ ਇਹ। ਕਿਆ ਮਕਸਦ ਮਨਸੂਦੇ ਕੀ ਹੋ ਸਕਦੇ ਆ? ਉਹ ਤਾਂ ਕਹਿੰਦੇ ਨੇ ਕਿ ਮੂੰਹ ਮੰਗੇ ਰੇਟ ਮਿਲਣਗੇ, ਤੁਸੀਂ ਕਹਿੰਦੇ ਕਿ ਕਿਸਾਨ ਦਾ ਜਿਹੜਾ ਹੈਗਾ ਘਰ ਬਰਬਾਦ ਕੀਤਾ। ਘਰ ਬਰਬਾਦ ਕੀਤਾ ਜੀ, ਮੂੰਹ ਮੰਗੇ ਕਿੱਥੋਂ ਮਿਲਣਗੇ ਮੁੱਲ? ਜਦ ਇਹ ਸਵਾਮੀਨਾਥਨ ਦੀ ਰਿਪੋਰਟ ਹੀ ਨਹੀਂ ਲਾਗੂ ਕੀਤੀ ਨੇ, ਇਹ ਮੂੰਹ ਮੰਗੇ ਕਿੱਥੇ ਮਿਲ ਜੂਗਾ ਸਾਨੂੰ? ਇਹ ਕਿੰਨੇ ਸਾਲ ਹੋ ਗਏ ਵਾਅਦਾ ਕਰਿਆ ਤਾਂ ਨੇ, ਜਦ ਪਹਿਲੀ ਵਾਰੀ ਆਇਆ ਇਹ, ਜਦ ਵਾਅਦਾ ਕੀਤਾ ਤਾਂ ਨੇ ਜ਼ਿਮੀਂਦਾਰਾਂ ਨਾਲ, ਮੈਂ ਤੁਹਾਨੂੰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੂੰਗਾ, ਤੁਸੀਂ ਮੈਨੂੰ ਵੋਟਾਂ ਪਾਓ। ਜ਼ਿਮੀਂਦਾਰਾਂ ਨੇ ਇਹਨੂੰ ਵੋਟਾਂ ਪਾਤੀਆਂ, ਪ੍ਰਧਾਨ ਮੰਤਰੀ ਬਣ ਗਿਆ, 7 ਸਾਲ ਹੋ ਗਏ, ਹੁਣ ਤੇ ਨਹੀਂ ਲਾਗੂ ਕੀਤਾ। ਹੁਣ ਇਹ ਨਵਾਂ ਕੰਮ ਥੋਪਤਾ ਸਾਡੇ ਤੇ, ਪ੍ਰਾਈਵੇਟ ਮੰਡੀਆਂ ਕਰਨ ਨੂੰ। ਜਿਹੜੀ ਪ੍ਰਾਈਵੇਟ ਮੰਡੀਆਂ ਕਰੂਗਾ ਇਹ, ਸਾਨੂੰ ਕੋਈ ਲਾਭ ਨਹੀਂ ਹੋਣਾ ਉੱਤੇ। ਸਾਲ 2 ਸਾਲ ਸਾਨੂੰ ਦੇ ਦੂਗਾ ਪੂਰਾ ਮੁੱਲ, ਉਹਦੇ ਬਾਅਦ ਫਿਰ ਉਹੀ ਜਦ ਸਰਕਾਰੀ ਮੰਡੀਆਂ ਨੇ ਖਤਮ ਹੋ ਜਾਣਾ, ਆਪਣੇ ਝੋਲੇ ਚੱਕ ਕੇ ਨਾ ਆੜਤੀਆਂ ਨੇ ਘਰੇ ਚਲੇ ਜਾਣਾ, ਫਿਰ ਇਹਨਾਂ ਬੰਦ ਕਰ ਦੇਣੀ ਸਰਕਾਰੀ ਮੰਡੀਆਂ, ਮੰਡੀ ਬੋਰਡ ਖਤਮ ਕਰ ਦੇਣਾ ਇਹਨਾਂ ਨੇ। ਅੱਛਾ, ਹੁਣ ਦੀ ਗੱਲ ਕਰੀਏ, ਮੰਡੀਆਂ ਦੇ ਵਿੱਚ ਜਿਹੜੀ ਜੀਰੀ ਗਈ ਹੋਈ ਹੈ ਵਿਕ ਰਹੀ ਹੈ ਜਾਂ ਦਿੱਕਤ ਆ ਰਹੀ ਹੈ ਉੱਥੇ ਵੀ? ਹੁਣ ਦਿੱਕਤ ਆ ਰਹੀ ਤੀ ਜੀ ਸਾਨੂੰ ਬਹੁਤ, ਪਰ ਸਾਡੀ ਜਥੇਬੰਦੀਆਂ ਨੇ ਸੰਘਰਸ਼ ਕਰਿਆ, ਆੜਤੀਆਂ ਨੂੰ ਤਾੜ ਨਾ ਦਿੱਤੀ, ਸੈਲਰ ਵਾਲਿਆਂ ਨੂੰ ਵੀ ਤਾੜ ਨਾ ਦਿੱਤੀ, ਉਹ ਤਾਂ ਕੁਛ ਕਰ ਰਹੇ ਨੇ ਹੁਣ। ਪਰ ਦਿੱਕਤਾਂ ਹੁਣ ਵੀ ਆ ਰਹੀਆਂ ਨੇ। ਦਿੱਕਤਾਂ ਹੁਣ ਵੀ ਹੈਗੀਆਂ ਨੇ, ਦਿੱਕਤਾਂ ਆਹੀ ਦੇਖ ਲਓ, ਇੱਕ ਬੰਦਾ ਉਰੇ ਬੈਠਾ, ਜੇ ਬਾਪ ਉਰੇ ਬੈਠਾ ਤਾਂ ਪੁੱਤ ਮੰਡੀਆਂ ਬੈਠਾ, ਜੇ ਪੁੱਤ ਉਰੇ ਬੈਠਾ ਤਾਂ ਬਾਪ ਮੰਡੀਆਂ ਬੈਠਾ। ਮਤਲਬ ਬੇਰਾਮ ਹੋਈ ਹੈ ਜ਼ਿੰਦਗੀ। ਬੇਰਾਮੀ ਹੈ, ਜ਼ਿਮੀਂਦਾਰ ਬੇਰਾਮੀ ਹੋਈ ਵੀ ਹੈ। ਬੇਰਾਮੀ ਕਿਹਨੇ ਕੀਤੀ? ਮੋਦੀ ਨੇ। ਮੋਦੀ ਦਾ ਇੱਕ ਉਹ ਕੰਮ ਹੋ ਗਿਆ, ਤ੍ਰੇਤੇ ਦੇ ਵਿੱਚ ਰਾਮਚੰਦਰ ਜੀ ਜਦੋਂ ਬਨਵਾਸ ਹੋਇਆ ਨਾ ਉਹਨਾਂ ਨੂੰ, ਉਹ ਜਦ ਦਰਿਆ ਪਾਰ ਕਰਨ ਲੱਗੇ, ਉਹਨਾਂ ਰਾਮਚੰਦਰ ਨੇ ਕਹਿਤਾ ਵੀ ਨਰ ਨਾਰੀ ਆਪਣੇ ਘਰ ਨੂੰ ਚਲੇ ਜਾਓ। ਨਰ ਵੀ ਚਲੇ ਗਏ, ਨਾਰੀ ਵੀ ਚਲੀ ਗਈ, ਉਹ ਖੁਸ਼ ਰਹੇ, ਉੱਥੇ ਬੈਠੇ ਰਹੇ। ਜਦੋਂ 12 ਸਾਲ ਤੋਂ ਕਹਿੰਦੇ ਬਾਅਦ ਆਇਆ, ਉਹਨਾਂ ਖੁਸਰਿਆਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਬੈਠੇ ਐ? ਕਹਿੰਦਾ ਜੀ ਅਸੀਂ ਤਾਂ ਇਸ ਕਰਕੇ ਬੈਠੇ, ਤੁਸੀਂ ਕਿਹਾ ਤਾਂ ਵੀ ਨਰ ਨਾਰੀ ਘਰ ਚਲੇ ਜਾਓ, ਅਸੀਂ ਤਾਂ ਨਾ ਨਾਰਾ ਨਾ ਨਾਰੀ ਐ। ਜਦੋਂ ਕਹਿੰਦੇ ਰਾਮਚੰਦਰ ਨੇ ਕਿਹਾ ਤਾਂ ਵੀ ਕਲਯੁਗ ਦੇ ਵਿੱਚ ਤੁਹਾਡਾ ਰਾਜ ਹੋਊਗਾ, ਇਹ ਖੁਸਰਿਆਂ ਦਾ ਰਾਜ ਹੈ। ਹੁਣ ਖੁਸਰਿਆਂ ਦਾ ਰਾਜ ਤਾਂ ਤੁਹਾਨੂੰ ਪਤਾ ਹੀ ਆ, ਖੁਸਰੇ ਹਰੇਕ ਤੇ ਵਧਾਈ ਮੰਗਦੇ ਆ। ਉਹਨਾਂ ਨਾਲ ਵਧਾਈ ਅਬਾਨੀਆਂ ਡਾਨੀਆਂ ਤੋਂ ਲੈ ਲਈ, ਜਿਹੜੀ ਲੈਣੀ ਦੀ, ਵੀ ਤੁਸੀਂ ਦੇਸ਼ ਨੂੰ ਲੁੱਟੀ ਜਾਓ, ਸਾਡੀ ਝੋਲੀਆਂ ਭਰ ਦਿਓ। ਵੈਸੇ ਕੀ ਲੱਗਦਾ ਇਹ ਜਿਹੜਾ ਸੰਘਰਸ਼ ਹੈ ਕਿੰਨਾ ਕੁ ਲੰਬਾ ਜਾ ਸਕਦਾ? ਇਹ ਤਾਂ ਸੰਘਰਸ਼ ਤੋਂ ਨਹੀਂ ਇੰਨਾ ਲੰਬਾ ਜਾ ਸਕਦਾ, ਇੰਨਾ ਉਹ ਵਾਪਸ ਨਹੀਂ ਲੈਂਦਾ। ਮਤਲਬ ਅਣਮਿੱਥੇ ਸਮੇਂ ਲਈ ਬੈਠੇ ਰਹੂੰਗੇ। ਅਣਮਿੱਥੇ ਸਮੇਂ ਤਾਈਂ ਲੈ ਬੈਠੇ ਜੀ ਨੇ, ਸਾਡੀ 31 ਬੋਡੀਆਂ ਨੇ ਪੂਰੇ ਪੰਜਾਬ 'ਚ, ਪੂਰੇ ਪੰਜਾਬ ਦੇ ਵਿੱਚ। ਅੱਛਾ, ਇੱਕ ਸਵਾਲ ਹੈ ਕਿ ਦੇਖੋ, ਆਪਾਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਰੋਸ ਹੈ, ਅਸੀਂ ਪੰਜਾਬ ਦੇ ਜਿਹੜੇ ਰੇਲਵੇ ਟਰੈਕਾਂ ਨੂੰ ਰੋਕ ਰਹੇ ਹਾਂ, ਸੜਕਾਂ ਨੂੰ ਰੋਕ ਰਹੇ ਹਾਂ, ਇਹ ਕੰਮ ਲੱਗਦਾ ਕਿ ਪੰਜਾਬ ਤੱਕ ਹੀ ਸੀਮਿਤ ਹੈ ਤੇ ਸੈਂਟਰ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚ ਜੂਗੀ, ਜਾਂ ਫਿਰ ਸੈਂਟਰ ਸਰਕਾਰ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਇਹ ਕੰਮ ਕਰਨੇ ਪੈਣੇ? ਜਿਵੇਂ ਤੁਸੀਂ ਆਏ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਾਡੀ ਤਾਂ ਆਵਾਜ਼ ਉਰੇ ਤੋਂ ਬਾਹਰ ਨਹੀਂ ਸਕ ਜਾਂਦੀ, ਪਰ ਇਹ ਆਵਾਜ਼ ਪਹੁੰਚਾਉਣ ਵਾਲੇ ਤੁਸੀਂ ਮੀਡੀਆ ਵਾਲੇ, ਇਹ ਮੀਡੀਆ ਵਾਲਿਆਂ ਨੇ ਆਵਾਜ਼ ਪਹੁੰਚਾਉਣੀ ਆ ਉੱਥੇ ਉਹਦੇ ਕੰਨਾਂ ਤੱਕ। ਜਦ ਮੀਡੀਆ ਉੱਥੇ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਊਗਾ ਤਾਂ ਉਹਨੂੰ ਪਤਾ ਲੱਗੂਗਾ ਵੀ ਜੇਕਰ ਗੱਲ ਕਰੀਏ, ਤੁਹਾਡਾ ਬਹੁਤ ਧੰਨਵਾਦ ਹੈ। ਜੇਕਰ ਗੱਲ ਕਰੀਏ ਪੰਜਾਬ ਦਾ, ਜਿਹੜੇ ਪੰਜਾਬ ਦੇ ਵਿੱਚ ਤੇ ਹੋਰ ਬਾਕੀ ਜਿਹੜਾ ਮੀਡੀਆ ਹੈ, ਕੋਸ਼ਿਸ਼ਾਂ ਜਾਰੀਆਂ ਪੰਜਾਬ ਦੇ ਕਿਸਾਨਾਂ ਦਾ ਹਾਲ ਜ਼ਰੂਰ ਦਿਖਾ ਰਹੇ ਆ, ਪਰ ਹੁਣ ਤੱਕ ਜਿਹੜਾ ਹਾਲ ਦਿਖਾਇਆ, ਕੀ ਸੈਂਟਰ ਸਰਕਾਰ ਨੂੰ ਨਹੀਂ ਸੁਣਿਆ? ਕੀ ਲੱਗਦਾ? ਸੈਂਟਰ ਸਰਕਾਰ ਨੇ ਸੁਣ ਲਿਆ ਜੀ। ਸੈਂਟਰ ਸਰਕਾਰ ਨੇ ਸਾਡੀ ਬੋਡੀਆਂ ਨੂੰ ਸੈਂਟਰ ਆਇਆ, ਮੈਸੇਜ ਆਇਆ ਤਾਂ, ਜਿਹੜੇ ਸਾਡੇ ਅਹੁਦੇਦਾਰ ਹੈ, ਜ਼ਿੰਮੇਵਾਰ ਹੈ, ਪ੍ਰਧਾਨ ਨੇ, ਤੇ ਮਤਲਬ ਗੱਲਬਾਤ ਕਰਨ ਲਈ ਸੱਦਿਆ ਸੀ। ਗੱਲਬਾਤ ਕਰਨ ਵਾਸਤੇ ਉਹ ਅਧਿਕਾਰੀਆਂ ਦਾ ਆਇਆ ਜੀ। ਸਾਡੇ ਸੈਂਟਰ ਬੋਡੀ ਸਾਡੇ ਬੋਡੀਆਂ ਵਾਲਿਆਂ ਨੇ, ਪ੍ਰਧਾਨਾਂ ਨੇ, 31 ਜਥੇਬੰਦੀਆਂ ਨੇ ਇਹ ਕਹਿਤਾ ਵੀ ਅਸੀਂ ਮੰਤਰੀਆਂ ਨਾਲ ਗੱਲ ਕਰਨੀ ਹੈ, ਅਧਿਕਾਰੀਆਂ ਨਾਲ ਨਹੀਂ ਗੱਲ ਕਰਨੀ, ਇਸ ਕਰਕੇ ਰੱਦ ਕਰਤਾ। ਅੱਜ 2:30 ਵਜੇ ਟਾਈਮ ਦਿੱਤਾ ਵਾ ਉਹਨਾਂ ਨੇ ਵੀ ਅਧਿਕਾਰੀਆਂ ਨਾਲ ਨਹੀਂ ਅਸੀਂ ਗੱਲ ਕਰਨੀ, ਅਸੀਂ ਮੰਤਰੀ ਨਾਲ ਗੱਲ ਕਰਨੀ ਹੈ, ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਹੈ, ਖੇਤੀ ਮੰਤਰੀ ਨਾਲ ਗੱਲ ਕਰਨੀ ਹੈ। ਮਤਲਬ ਆਰਡੀਨੈਂਸ ਬਿੱਲ ਖਾਰਜ ਕਰਾ ਕੇ ਮੰਨੂਗੇ? ਉਹ ਖਾਰਜ ਕਰਾ ਕੇ ਹੀ ਮੰਨਣਾ ਅਸੀਂ, ਨਹੀਂ ਤਾਂ ਉਰੇ ਪਏ ਆ, ਮੱਛਰ ਲੜੀ ਜਾਉਂਗੇ, ਪਏ ਰਹੋਗੇ ਅਸੀਂ।
ਸੋ ਸਾਫ਼ ਤੌਰ ਦੇ ਵਿੱਚ ਹਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਵੀਰ ਦੱਸਦੇ ਹੋਏ ਨਜ਼ਰ ਆਉਂਦੇ ਨੇ ਕਿ ਉਰੇ ਕਿੰਨੇ ਕੁ ਬੁਰੇ ਖਸਤਾ ਜਿਹੜੇ ਹਾਲਾਤ ਨੇ। ਮੱਛਰਾਂ ਦੇ ਵਿੱਚ ਉਰੇ ਰਾਤ ਕੱਟਣੀ ਪੈਂਦੀ ਹੈ, ਸਾਰਾ ਦਿਨ ਉਰੇ ਪਿਆ ਰਹਿਣਾ ਪੈਂਦਾ। ਸੋ ਮੁਸ਼ਕਲਾਂ ਬੜੀਆਂ ਨੇ। ਫਿਰ ਵੀ ਕਹਿਣਾ ਚਾਹਾਂਗੇ ਜਿਹੜੇ ਕਿਸਾਨ ਵੀਰ ਨੇ ਉਹ ਆਪਣੇ ਮੋਰਚੇ ਤੇ ਡਟੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਦੋਂ ਤੱਕ ਆਰਡੀਨੈਂਸ ਬਿੱਲ ਖਾਰਜ ਨਹੀਂ ਹੁੰਦੇ ਅਸੀਂ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਹੋਰ ਤਿੱਖਾ ਕਰਦੇ ਜਾਵਾਂਗੇ। ਕੀ ਕਹਿਣਾ ਚਾਹੋਗੇ ਬਿੱਲਾਂ ਬਾਰੇ ਜੀ? ਜਿਹੜੇ ਸਰਕਾਰ ਨੇ 3 ਆਰਡੀਨੈਂਸ ਬਿੱਲ ਪੇਸ਼ ਕੀਤੇ ਆ ਉਹਨਾਂ ਬਾਰੇ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਖਦਸ਼ਾ ਕਿ ਪੱਕੀ ਜਾਣਕਾਰੀ ਨਹੀਂ ਹੈ। ਚਲੋ ਮੈਂ ਮੰਨਦਾ, ਪਰ ਜਿਹੜੇ ਉਹਨਾਂ ਦੇ ਵਰਕਰ ਹੈ ਉਹ ਤਾਂ ਸਾਨੂੰ ਸਾਡੇ ਵਿੱਚ ਆ ਕੇ ਦੱਸ ਸਕਦੇ ਆ। ਜੇਕਰ ਸਾਨੂੰ ਖਦਸ਼ਾ ਤਾਂ ਸਰਕਾਰ ਹੀ ਮੰਨਣ ਨੂੰ ਤਿਆਰ ਹੈ, ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਉਹਨਾਂ ਦੀ ਪੈਰਵਾਈ ਕਰ ਰਹੇ ਆ ਉਹ ਮੰਨਣ ਨੂੰ ਤਿਆਰ ਹੈ ਕਿ ਜਿਹੜੇ ਕਹਿੰਦੇ ਵੀ 2022 ਤੱਕ ਜਾਂ 24 ਤੱਕ ਕਿਸਾਨਾਂ ਦੇ ਰੇਟ ਡਬਲ ਹੋ ਜੂਗੇ। ਉਹ ਸਾਨੂੰ ਲਿਖ ਕੇ ਦੇ ਸਕਦੇ ਆ ਕਿ 2022 ਚ ਵੀ ਸਾਡਾ ਝੋਨਾ ਜਿਹੜਾ ਉਹ 3700 3750 ਰੁਪਏ ਵਿਕੂਗਾ। ਅੱਜ 1888 ਰੁਪਏ ਹੈ ਤੇ ਉਹ 3700 ਕੁਛ ਰੁਪਏ 3750 ਰੁਪਏ ਵਿਕੂਗਾ। ਉਹ ਸਾਨੂੰ ਲਿਖ ਕੇ ਦੇ ਸਕਦੇ ਆ ਕਿਸੇ ਸਰਕਾਰ ਆਪਣੀ ਜਾਣਕਾਰੀ। ਜੇ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੈਂ ਕਿਸਾਨਾਂ ਦੀ ਮਤਲਬ ਪੱਕੇ ਤੌਰ ਤੇ ਸਟੈਂਪ ਲਾ ਕੇ ਐਫੀਡੇਵਿਟਾਂ ਤੇ ਚਾਹੀਦਾ। ਜੇਕਰ ਸਰਕਾਰ ਦਾਅਵੇ ਨਾਲ ਕਹਿੰਦੀ ਹੈ ਵੀ ਅਸੀਂ ਡਬਲ ਇਨਕਮ ਕਰ ਦਿਆਂਗੇ, ਫਿਰ ਡਬਲ ਤਾਂ ਇਸੇ ਤਰ੍ਹਾਂ ਹੋਊਗੀ। ਜੇਕਰ ਉਹ ਸਾਡੀ 3700 ਰੁਪਏ ਕਰਦੇ ਆ ਤਾਂ ਕਿਸ ਤਰੀਕੇ ਨਾਲ ਕਰਦੇ? ਫਿਰ ਆਰਡੀਨੈਂਸ ਲਿਆਉਣ ਦੀ ਕੀ ਜ਼ਰੂਰਤ ਪੈਗੀ ਸਰਕਾਰ ਨੂੰ? ਜੇਕਰ ਪਹਿਲਾਂ ਹੀ ਉਹ, ਪਰ ਜੇਕਰ ਸਰਕਾਰ 3750 ਸਾਨੂੰ ਤਬਾਰ ਨਹੀਂ ਹੈਗਾ ਵੀ ਇੰਨੀ ਸਾਡੀ ਕੀਮਤ ਕਰੂਗੀ, ਕਿਉਂਕਿ ਜੇਕਰ ਉਹਨਾਂ ਨੇ 3750 ਰੁਪਏ ਅੱਛਾ ਇੱਕ ਗੱਲ ਕਰ ਲਈ ਇਨਕਮ ਕਰਨੀ ਸੀ। 1 ਮਿੰਟ, ਜੇਕਰ ਉਹਨਾਂ ਨੇ ਇਤਨੀ ਸਾਡੀ ਆਮਦਨ ਦੁੱਗਣੀ ਕਰ ਦਿੱਤੀ, ਪਰ ਇਸ ਸਮੇਂ ਜਿਹੜਾ ਉਹਨਾਂ ਨੇ ਰੇਟ ਵਧਾਇਆ ਇਹ 400 ਰੁਪਏ ਵਧਣਾ ਚਾਹੀਦਾ ਤਾਂ ਉਸ ਦੇ ਹਿਸਾਬ ਤੇ, ਤਾਂ ਹੀ ਫਿਰ ਡਬਲ ਇਨਕਮ ਹੋਊਗੀ ਸਾਡੀ ਕਿਸਾਨ ਦੀ। ਇਹ ਉਹਨਾਂ ਡਬਲ ਕਿਉਂ ਨਹੀਂ, 400 ਰੁਪਏ ਰੇਟ ਕਿਉਂ ਨਹੀਂ ਝੋਨੇ ਦਾ ਵਧਾਇਆ? ਤੇ ਉਹਨਾਂ ਨੇ 50-55 ਰੁਪਏ ਤੇ ਕਿਉਂ ਹੀ ਰੱਖ ਦਿੱਤਾ? ਤਾਂ ਹੀ ਫਿਰ ਸਾਡੀ ਦੁੱਗਣੀ ਹੋਊਗੀ ਜੇਕਰ ਉਹ ਅੱਜ 400-450 ਰੁਪਏ ਪਰ ਸੀਜ਼ਨ ਰੇਟ ਵਧਾਉਂਗੇ। ਅੱਛਾ, ਜੇ ਹੁਣ ਦੀ ਗੱਲ ਕਰ ਲਈਏ ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ? ਝੋਨਾ ਸਿੱਟਿਆ ਹੋਇਆ ਜਿਸ ਤਰ੍ਹਾਂ ਪਿੱਛੇ ਜੀ ਸੁਣਨ ਦੇ ਵਿੱਚ ਵੀ ਆ ਰਹੀ ਸੀ, ਹੁਣ ਰੇਟ ਵਗੈਰਾ ਮਿਲ ਰਹੇ ਨੇ ਠੀਕ? ਰੇਟ ਕਿੱਥੇ ਮਿਲ ਰਹੇ ਆ? ਜੇਕਰ ਸਰਕਾਰ ਕੋਲ ਪਹਿਲਾਂ ਤਾਂ ਬਾਰਦਾਨੇ ਪਿੱਛੇ ਸਾਨੂੰ ਅਨਪੜ੍ਹ ਜੱਟਾਂ ਨੂੰ ਜਿਹੜੇ ਵਪਾਰੀ ਹੈ ਤੇ ਉਹ ਓਲੇ 'ਚ ਰੱਖਦੇ ਆ, ਕਹਿੰਦੇ ਬਾਰਦਾਨਾ ਨਹੀਂ ਹੈਗਾ। ਜਦ ਕਿ ਉਹਨਾਂ ਦੀ ਏਜੰਸੀਆਂ ਅਲਾਟ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ, ਉਹਨਾਂ ਨੇ ਅਲਾਟ ਕਰਾਏ ਆਪਣੇ ਸੈਲਰ ਕਰਾਏ ਜਾਂ ਏਜੰਸੀਆਂ ਅਲਾਟ ਕਰ, ਤਾਂ ਉਹਨਾਂ ਨੇ ਵੀ ਬਾਰਦਾਨੇ ਦਾ ਪ੍ਰਬੰਧ ਕਿਉਂ ਨਹੀਂ ਕਰਿਆ? ਅੱਜ ਇਹੀ ਕਹਿੰਦੀ ਹੋਈ ਸੈਂਟਰ ਸਰਕਾਰ ਨਾਲ ਜਾਂਦੇ, ਕਹਿੰਦੇ ਅਸੀਂ ਵਿਚੋਲੀਏ ਜਿਹੜੇ ਉਹ ਖਤਮ ਕੀਤੇ ਨੇ। ਵਿਚੋਲੀਏ ਖਤਮ ਕੀਤੇ, ਠੀਕ ਹੈ। ਜੇ ਸਾਡਾ ਬੁੜਾ ਬਿਮਾਰ ਹੋ ਜਾਂਦਾ, ਸਾਡੇ ਘਰ ਕੋਈ ਬਿਮਾਰੀ ਹੋ ਜਾਂਦੀ ਆ, ਸਾਨੂੰ ਟਰੈਕਟਰ ਕੋਈ ਸਪੇਅਰ ਪਾਰਟ ਲਿਆਉਣਾ ਪੈਂਦਾ, ਜਾਂ ਕੋਈ ਸਾਡੇ ਹੋਰ ਜ਼ਰੂਰੀ ਮਸਲੇ ਆ, ਵਿਆਹ ਸ਼ਾਦੀ ਆ ਹੋਰ ਹੈ, ਤਾਂ ਉਹ ਰਾਤ ਨੂੰ ਸਾਨੂੰ ਪੈਸੇ ਦੇ ਦੂਗੀ ਸਰਕਾਰ। ਕਿਹੜਾ ਬੈਂਕ ਹੈ ਜਿਹੜਾ ਅਸੀਂ ਆੜਤੀਏ ਤੋਂ ਜਿਸ ਮਰਜ਼ੀ ਟਾਈਮ ਅਸੀਂ ਲੈ ਲਈਏ? ਆੜਤੀਏ ਦਾ ਦੁੱਖ ਸਰਕਾਰ ਨੂੰ ਕਿਉਂ ਹੈ? ਆੜਤੀਏ ਦਾ ਦੁੱਖ ਸਾਨੂੰ ਹੈ। ਉਹ ਸਾਡੀ ਫਸਲ 'ਚੋਂ ਉਹਨੂੰ ਇਨਕਮ ਹੁੰਦੀ ਹੈ। ਦੁੱਖ ਤਾਂ ਕਿਸਾਨ ਨੂੰ ਹੋਣਾ ਚਾਹੀਦਾ, ਉਹਨਾਂ ਨੂੰ ਕਿਉਂ ਦੁੱਖ ਹੈ? ਜਦ ਅਸੀਂ ਸਹਿਮਤ ਹਾਂ ਆੜਤੀਏ ਨਾਲ, ਅਸੀਂ ਰਾਤ ਨੂੰ ਵੀ ਪੈਸੇ ਲੈ ਲਏ, 12 ਵਜੇ ਜਾ ਕੇ ਪੈਸੇ ਲੈ ਲਏ, ਸਾਡਾ ਮਰੀਜ਼ ਹੋ ਗਿਆ ਹਸਪੀਟਲ 'ਚ ਭਰਤੀ ਹੈ, ਅਸੀਂ 12 ਵਜੇ ਲੈ ਪੈਸੇ ਲੈ ਲਈਏ, ਤੜਕੇ ਨੂੰ ਲੈ ਲਈਏ ਆੜਤੀ ਨੂੰ ਠਾਲ ਕੇ। ਸਰਕਾਰ ਕੋਈ ਤਸੱਲੀ ਦਿੰਦੀ ਹੈ ਵੀ ਮੈਂ ਪੈਸਾ ਇਸ ਟਾਈਮ ਤੈਨੂੰ ਦੇ ਦੂੰਗੀ? ਦੱਸੋ ਸਰਕਾਰ ਦਾ ਕੀ ਭਰੋਸਾ? ਸੋ ਇਹ ਵੀ ਇੱਕ ਵੱਡੀ ਗੱਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਆੜਤੀਆਂ ਨਾਲ ਹੈ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦੇ ਘਰ-ਬਾਰ ਦੇ ਖਰਚੇ ਹੋਰ ਚੱਲਦੇ ਨੇ, ਕਿ ਜੇਕਰ ਕੋਈ ਐਮਰਜੈਂਸੀ ਕੇਸ ਵੀ ਪੈ ਜਾਂਦਾ ਹੈ ਤਾਂ ਕਿਸ ਤਰ੍ਹਾਂ ਜਿਹੜੇ ਆੜਤੀਆਂ ਦੀ ਸਪੋਰਟ ਨਾਲੇ ਕੰਮ ਚਲਾ ਲੈਂਦੇ ਨੇ, ਕਿਉਂਕਿ ਆੜਤੀਆਂ ਨੂੰ ਪਤਾ ਹੁੰਦਾ ਕਿ ਫਸਲ ਕੱਟਣ ਤੋਂ ਬਾਅਦ ਉਹਨਾਂ ਕੋਲ ਆ ਜਾਣੀ ਹੈ। ਸੋ ਵੱਡੇ ਸਵਾਲ ਖੜੇ ਹੁੰਦੇ ਨੇ। ਉੱਥੇ ਇਹਨਾਂ ਨੇ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਕੀ ਸਾਨੂੰ ਐਸੇ ਮੁਸੀਬਤ ਦੇ ਵੇਲੇ ਪੈਸੇ ਦੇ ਦੇਣਗੀਆਂ? ਜੇਕਰ ਕਿਸੇ ਦੇ ਕਿਸਾਨ ਵੀਰ ਦੇ ਘਰੇ ਐਮਰਜੈਂਸੀ ਕੋਈ ਆ ਜਾਂਦੀ ਹੈ ਤਾਂ ਕੌਣ ਸਾਨੂੰ ਪੈਸੇ ਦੇਊਗਾ? ਇਹ ਵੀ ਵੱਡੇ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ। ਇਸ ਸਮੇਂ ਸਾਡੇ ਨਾਲ ਡੀਐਸਪੀ ਗੁਰਬਖਸ਼ ਮਾਨ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਤੁਸੀਂ ਕਿਸਾਨ ਜਥੇਬੰਦੀਆਂ ਦਾ ਦੌਰਾ ਕੀਤਾ, ਲਾਲੜੂ ਦੇ ਵਿੱਚ ਵੀ ਤੁਸੀਂ ਆਏ ਹੋ, ਤੇ ਕਿਸ ਤਰ੍ਹਾਂ ਦਾ ਸਰ ਮਾਹੌਲ ਲੱਗਿਆ? ਦੇਖੋ, ਜਿਹੜਾ ਇਹ ਇਸ ਟਾਈਮ ਚੱਲ ਰਿਹਾ ਹੈਗਾ ਐਜੀਟੇਸ਼ਨ, ਇਹ ਪੀਸਫੁਲ ਹੈ, ਔਰ ਇਹਨਾਂ ਦੇ ਜੋ ਵੀ ਨੁਮਾਇੰਦੇ ਨੇ ਆਪਣੇ ਸਿੱਧੂਵਾਲ ਗਰੁੱਪ, ਕਾਦੀਆਂ ਔਰ ਲਖੋਵਾਲ ਗਰੁੱਪ ਜੀ, ਇਹ ਬੜੇ ਸੂਝਵਾਨ ਵਿਅਕਤੀ ਨੇ। ਜਿੰਨੇ ਵੀ ਵਿਅਕਤੀ ਇੱਥੇ ਬੈਠੇ ਆ ਸਾਰੇ ਸੂਝਵਾਨ ਨੇ। 8 ਦਿਨਾਂ ਤੋਂ ਇਹ ਬੜੇ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਹੋਏ ਆ। ਮੈਂ ਸਟੇਸ਼ਨ ਮਾਸਟਰ ਤੋਂ ਔਰ ਸਾਡੇ ਬਾਕੀ ਪੁਲਿਸ ਫੋਰਸ ਤੋਂ ਵੀ ਜਿਹੜੀ ਇਹਦੀ ਇਨਕੁਆਇਰੀ ਕੀਤੀ ਹੈ ਕਿ ਵੀ ਕਿਸੇ ਤਰ੍ਹਾਂ ਦਾ ਇਹਨਾਂ ਨੇ ਕੋਈ ਵੀ ਇੱਦਾਂ ਦਾ ਅਨਲੌਫੁਲ ਐਕਟੀਵਿਟੀ ਨਹੀਂ ਕੀਤੀ ਹੈ। ਅੱਛਾ, ਜੇਕਰ ਗੱਲ ਕਰੀਏ ਕੱਲ ਵੀ ਜਿਹੜਾ ਹੈਗਾ ਸੜਕ ਰੋਕਣ ਦਾ ਜਿਹੜਾ ਹੈਗੀ ਕੋਲ ਕਿਸਾਨਾਂ ਵੱਲੋਂ ਕੀਤੀ ਗਈ ਹੈ, ਤੇ ਉਸ ਲਈ ਵੀ ਕੁਝ ਤਿਆਰੀਆਂ ਕੀਤੀਆਂ ਗਈਆਂ ਆਪਣੇ ਵੱਲੋਂ?
ਹਾਂਜੀ, ਜੋ ਇਹ ਜਦੋਂ ਜੇ ਹਾਈਵੇ ਜਾਮ ਹੋਏਗਾ ਤਾਂ ਸਾਡੇ ਅਸੀਂ ਆਪਦੇ ਜਿਹੜੇ ਰੂਟ ਨੇ ਆਲਟਰਨੇਟਿਵ ਰੂਟਸ ਉਹ ਅਸੀਂ ਬਕਾਇਦਾ ਉਹਦੀ ਸ਼ੁਰੂ ਕਰ ਦਿਆਂਗੇ। ਸਾਡੇ ਪ੍ਰੋਪਰ ਉੱਥੇ ਜਿਹੜੀ ਮੁਲਾਜ਼ਮ ਲੱਗ ਜਾਣਗੇ ਔਰ ਮੈਂ ਆਪਦੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਪਬਲਿਕ ਨੂੰ ਕਿ ਕਾਈਂਡਲੀ 12 ਤੋਂ 2 ਦੇ ਵਿੱਚ ਉਹ ਜਿਹੜੀ ਉੱਥੇ ਡਾਇਵਰਸ਼ਨ ਅਸੀਂ ਪਿੱਛੋਂ ਝਰਮੜੀ ਤੋਂ ਕਰ ਰਹੇ ਹਾਂ ਔਰ ਇੱਥੋਂ ਅਸੀਂ ITI ਚੌਂਕ ਤੋਂ ਕਰਾਂਗੇ। ਸੋ ਉਸ ਦੇ ਹਿਸਾਬ ਨਾਲ ਜੇ ਕਿਸੇ ਨੇ ਦਿੱਲੀ ਨੂੰ ਜਾਣਾ, ਅੰਬਾਲੇ ਨੂੰ ਜਾਣਾ ਤਾਂ ਉਹਨੂੰ ਇੱਥੋਂ ਡਾਇਵਰਸ਼ਨ ਮਿਲੇਗੀ। ਜਿਹਨੇ ਇੱਧਰ ਚੰਡੀਗੜ੍ਹ ਸਾਈਡ ਨੂੰ ਆਉਣਾ ਤਾਂ ਉਹਨੂੰ ਅਸੀਂ ਪਿੱਛੋਂ ਦੀ ਝਰਮੜੀ ਤੋਂ ਕਰਾਂਗੇ ਜੀ। ਸੋ ਸਾਫ਼ ਤੌਰ ਤੇ DSP ਸਾਹਿਬ ਨੇ ਕਿਹਾ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਜਿਹੜਾ ਹੈਗਾ ਧਰਨਾ ਦਿੱਤਾ ਜਾਏਗਾ ਉਸ ਲਈ ਵੀ ਜਿਹੜੇ ਵੱਖ-ਵੱਖ ਰੂਟ ਬਣਾਏ ਜਾਣਗੇ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਈ ਵਾਰ ਐਂਬੂਲੈਂਸਾਂ, ਕਈ ਐਮਰਜੈਂਸੀ ਕੇਸ ਅਜੇ ਹੁੰਦੇ ਆ ਜਿਨ੍ਹਾਂ ਨੂੰ ਆਉਣ ਜਾਣ ਦੀ ਬੜੀ ਦਿੱਕਤ ਹੁੰਦੀ ਹੈ। ਇਸ ਕਰਕੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਹੜੀ 12 ਤੋਂ 2 ਵਜੇ ਤੱਕ ਦਾ ਜਿਹੜਾ ਹੈਗਾ 2 ਘੰਟੇ ਲਈ ਉਹ ਆਪਣੇ ਪਹਿਲਾਂ ਹੀ ਜੇਕਰ ਜਾਣਾ ਹੋ ਕਿਸੇ ਹੋਰ ਰੂਟ ਨੂੰ ਜਾਓ, ਨਹੀਂ ਤਾਂ ਅਦਰਵਾਈਜ਼ ਜਿਹੜੀ ਹੈਗੀ ਆ ਪੁਲਿਸ ਪ੍ਰਸ਼ਾਸਨ ਵੀ ਉੱਥੇ ਪੂਰਾ ਮੌਜੂਦ ਹੋਊਗਾ ਲੋਕਾਂ ਨੂੰ, ਆਮ ਲੋਕਾਂ ਨੂੰ ਗਾਈਡ ਕਰਨ ਲਈ, ਤਾਂ ਕਿ ਉਸ ਲਈ ਕਿਸੇ ਵੀ ਆਮ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ।